Good morning, students. My name is Samir Verma from Mechanical Department in Satyam Group of Institute, and the subject name is Engineering Material. The topic, the topic is hardenability of steel from the chapter Heat Treatment. So hardenability of steel, ਇਹਦੇ ਬਾਰੇ ਅੱਜ ਆਪਾਂ ਗੱਲ ਕਰਨੀ ਹੈ ਕਿ hardenability of steel ਕੀ ਹੁੰਦੀ ਆ। ਸੋ ਸਟੀਲ ਦੇ ਮੈਂ ਤੁਹਾਨੂੰ ਸਟਰਕਚਰਸ ਬਾਰੇ ਗੱਲ ਕੀਤੀ ਸੀ। ਅਸਟੇਨਾਈਟ ਸੀਗਾ, ਸੀਮੈਂਟਾਈਟ, ਪੇਅਰਲਾਈਟ ਸੀਗਾ। ਸੋ ਡਿਫਰੈਂਟ ਟਾਈਪ ਆਫ ਸਟਰਕਚਰ ਸੀਗੇ ਜੋ ਕਿ ਇੰਟਰਨਲ ਸਟਰਕਚਰ ਜਿਹਨੂੰ ਕਿਹਾ ਜਾਂਦਾ ਆ ਸਟੀਲ ਦੇ। ਤਾਂ ਉਸ ਤੋਂ ਬਾਅਦ ਇਹਦੀ ਹਾਰਡਨੇਬਿਲਟੀ ਦੀ ਗੱਲ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਅੱਜ। ਹਾਰਡਨੇਬਿਲਟੀ ਦੇ ਵਿੱਚ ਸਟੀਲ ਨੂੰ ਕਿੱਦਾਂ ਡਿਫਾਈਨ ਕਰੀਏ ਕਿ ਕੀ ਹੁੰਦਾ ਹੈ ਹਾਰਡਨੇਬਿਲਟੀ ਦੇ ਵਿੱਚ। ਸੋ ਅੱਜ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਮੈਨੀ ਟਾਈਪ ਆਫ ਸਟੀਲਸ ਹੈਵ ਅ ਬੈਨੀਫੀਸ਼ੀਅਲ ਰਿਸਪੌਂਸ to a method of heat treatment known as quenching. One of the most important criteria of selection process of workpiece material is hardenability. ਸੋ ਇੱਕ ਤਾਂ ਕੀ ਹੁੰਦਾ ਹੈ ਕਿ ਸਟੀਲ ਦੇ ਜਿਹੜੇ ਟਾਈਪਸ ਆ ਉਹ ਹੀਟ ਟਰੀਟਮੈਂਟ ਦੇ ਮੈਥਡਸ ਉੱਪਰ ਡਿਪੈਂਡ ਆ ਕਿ ਹੀਟ ਟਰੀਟਮੈਂਟ ਜਿਹੜਾ ਦਿੱਤਾ ਜਾਂਦਾ ਸਟੀਲ ਨੂੰ ਉਹਦਾ ਕੁਐਂਚਿੰਗ ਪ੍ਰੋਸੈਸ ਕੀ ਆ, ਉਹਦੇ ਉੱਤੇ ਉਹ ਸਟੀਲ ਦੀਆਂ ਜੋ ਟਾਈਪਸ ਬਣਦੀਆਂ ਆ। ਸੋ ਸੈਕਿੰਡ ਉਹ ਚੀਜ਼ ਉਹਨਾਂ ਨੇ ਕਿਹਾ ਹੈ ਕਿ ਕਿੱਦਾਂ ਜਿਹੜਾ ਸਿਲੈਕਸ਼ਨ ਪ੍ਰੋਸੈਸ ਆ ਸਟੀਲ ਦਾ, ਇੱਕ ਤਾਂ ਸਟਰਕਚਰ ਉੱਤੇ ਕੀਤਾ ਜਾਂਦਾ, ਇੱਕ ਤਾਂ ਕੀਤਾ ਜਾਂਦਾ ਉਸਦੀ ਹਾਰਡਨੇਬਿਲਟੀ। ਜਿੰਨਾ ਜ਼ਿਆਦਾ ਹਾਰਡ ਹੋਊਗਾ ਕਿ ਹਾਰਡਨੇਬਿਲਟੀ ਕੀ ਦੱਸਦੀ ਆਪਾਂ ਨੂੰ। ਹਾਰਡਨੇਬਿਲਟੀ ਡਿਸਕ੍ਰਾਈਬ ਹਾਊ ਡੀਪ ਐ ਮੈਟਲ ਕੈਨ ਬੀ ਹਾਰਡਨ ਅਪੋਨ ਕੁਐਂਚਿੰਗ ਫਰੋਮ ਹਾਈ ਟੈਂਪਰੇਚਰ ਐਂਡ ਕੈਨ ਆਲਸੋ ਬੀ ਰੈਫਰਡ ਟੂ ਐਜ਼ ਏ ਡੈਪਥ ਆਫ ਹਾਰਡਨਿੰਗ। ਕਿ ਹਾਰਡਨੇਬਿਲਟੀ ਆਪਾਂ ਨੂੰ ਦੱਸਦੀ ਹੈ ਕਿ ਮੈਟਲ ਦਾ ਜਿਹੜਾ ਇੰਟਰਨਲੀ ਕਿੰਨਾ ਹਾਰਡ ਹੋ ਚੁੱਕਾ ਆ ਅੰਦਰੋਂ, ਕਿ ਕਿੰਨਾ ਕੁ ਡੀਪ ਉਹ ਹਾਰਡ ਮਟੀਰੀਅਲ ਆ। The successful heat treatment of steel depends upon 3 factors. ਹੀਟ ਟਰੀਟਮੈਂਟ ਸਟੀਲ ਦਾ ਜੋ ਹੀਟ ਟਰੀਟਮੈਂਟ ਆ ਉਹ 3 ਫੈਕਟਰਸ ਉੱਤੇ ਡਿਪੈਂਡ ਆ। ਇੱਕ ਤਾਂ ਹੈਗਾ ਆ ਸਾਈਜ਼ ਐਂਡ ਸ਼ੇਪ ਆਫ ਦੀ ਸਪੈਸੀਮੈਨ, ਸੈਕਿੰਡ ਹੈਂਡ ਆ ਕੰਪੋਜੀਸ਼ਨ ਆਫ ਸਟੀਲ, ਐਂਡ ਦੀ ਲਾਸਟ ਹੈਗਾ ਦੀ ਮੈਥਡ ਆਫ ਕੁਐਂਚਿੰਗ। ਸੋ ਹਾਰਡਨੇਬਿਲਟੀ ਕਿੱਦਾਂ ਚੈੱਕ ਕਰੀਏ ਸਟੀਲ ਦੀ। ਸੋ ਸਭ ਤੋਂ ਪਹਿਲਾਂ ਦੇਖੀਏ ਕਿ ਜੋ ਸਪੈਸੀਮਨ ਆ ਜਿਸ ਨੂੰ ਆਪਾਂ ਹੀਟ ਟਰੀਟਮੈਂਟ ਦੇਣ ਜਾ ਰਹੇ ਹਾਂ ਉਹ ਕਿੰਨਾ ਕੁ ਜ਼ਿਆਦਾ ਉਸਦੀ ਥਿਕਨੈਸ ਆ, ਕਿੰਨੀ ਕੁ ਜ਼ਿਆਦਾ ਆ, ਠੀਕ ਹੈ। ਸੋ ਆਪਾਂ ਗੱਲ ਕਰਦੇ ਹਾਂ। ਡਿਊਰਿੰਗ ਦੀ ਕੁਐਂਚਿੰਗ ਪ੍ਰੋਸੈਸ ਹੀਟ ਮਸਟ ਬੀ ਟਰਾਂਸਫਰ ਟੂ ਏ ਸਰਫੇਸ ਆਫ ਏ ਸਪੈਸੀਮੈਨ ਬਿਫੋਰ ਇਟ ਕੈਨ ਬੀ ਡਿਸਿਪੇਟਡ into the quenching medium. Consequently, the rate at which the interior of a specimen cool is depend upon the surface area of the volume ratio. ਸੋ ਜਿੰਨਾ ਜ਼ਿਆਦਾ ਮਟੀਰੀਅਲ ਸਾਈਜ਼ ਐਂਡ ਸ਼ੇਪ ਹੋਊਗੀ ਉਹਨੂੰ ਓਨਾ ਹੀ ਜ਼ਿਆਦਾ ਹੀਟ ਦੇਣੀ ਪਏਗੀ, ਓਨਾ ਹੀ ਜ਼ਿਆਦਾ ਉਹਨੂੰ ਕੂਲਿੰਗ ਟਾਈਮ ਦੇਣਾ ਪਏਗਾ, ਠੀਕ ਹੈ। ਸੋ ਇੱਕ ਦੀ ਲਾਰਜਰ ਦੀ ਰੇਸ਼ੀਓ ਮੋਰ ਰੈਪਿਡ ਦੀ ਸਪੈਸੀਮਨ will be cool, therefore the deeper the hardening effect. ਸੋ ਜਿੰਨਾ ਜ਼ਿਆਦਾ ਛੋਟਾ ਜਾਂ ਵੱਡਾ ਸਪੈਸੀਮਨ ਹੋਊਗਾ ਓਨਾ ਹੀ ਉਹ ਕੂਲਿੰਗ ਅਤੇ ਉਸਦੀ ਹਾਰਡਨਿੰਗ ਦੇ ਉੱਤੇ ਇਫੈਕਟ ਆਏਗਾ। ਸੋ ਇਸ ਦੀ ਐਗਜ਼ਾਮਪਲ ਅਸੀਂ ਹੈ ਕਿ 3 ਇੰਚ ਸਿਲੰਡਰ ਬਾਰ ਵਿਦ 1 ਇੰਚ ਡਾਇਆਮੀਟਰ ਵਿਲ ਹੈਵ ਅ ਹਾਈਅਰ ਹਾਰਡਨੇਬਿਲਟੀ। ਸੋ 3 ਇੰਚ ਸਿਲੰਡਰਕਲ ਬਾਰ ਆ ਉਸਦੀ ਹਾਰਡਨੈਸ ਜਿਹੜੀ ਆ ਉਹ 1 ਇੰਚ ਡਾਇਆਮੀਟਰ ਜਿਹੜਾ ਸਿਲੰਡਰੀਕਲ ਬਾਰ ਆ ਉਸ ਤੋਂ ਘੱਟ ਹੋਏਗੀ। ਕਿਉਂ ਹੋਏਗੀ? ਕਿਉਂਕਿ ਜੋ ਘੱਟ ਡਾਇਆਮੀਟਰ ਵਾਲਾ ਜੋ ਪਾਰਟ ਆਪਣੇ ਕੋਲ ਜਲਦੀ ਹੀਟ ਹੋਏਗਾ ਐਂਡ ਜਲਦੀ ਹੀ ਕੁਐਂਚ ਹੋ ਜਾਏਗਾ, ਠੰਡਾ ਹੋਏਗਾ ਉਸਦਾ। ਸੋ ਨਾਲ ਲਿਖਿਆ ਬਿਕੋਜ਼ ਆਫ ਦਿਸ ਇਫੈਕਟ ਪਾਰਟ ਵਿਲ ਮੋਰ ਕੋਰਨਰਸ ਐਂਡ ਐਜਿਸ ਮੋਰ amendable to hardening by quenching than regular or rounded shape. ਸੋ ਇਸ ਦਾ ਮਤਲਬ ਇਹ ਹੈ ਕਿ ਜਿੰਨਾ ਜ਼ਿਆਦਾ ਪਾਰਟ ਕੰਪਲੀਕੇਟਡ ਹੋਏਗਾ ਓਨਾ ਹੀ ਜ਼ਿਆਦਾ ਕਿ ਉਸਨੂੰ ਕੂਲਿੰਗ ਕਰਨਾ ਔਖਾ ਹੋਏਗਾ। ਕਿਉਂਕਿ ਜਿੰਨਾ ਜ਼ਿਆਦਾ ਕੁਐਂਚਿੰਗ ਰੇਟ ਜ਼ਿਆਦਾ ਹੋਏਗਾ ਕਿਸੇ ਮਟੀਰੀਅਲ ਦਾ ਓਨਾ ਹੀ ਜ਼ਿਆਦਾ ਜਿਹੜੀ ਹਾਰਡਨੇਬਿਲਟੀ ਇੰਕਰੀਜ਼ ਹੋਏਗੀ। ਸੋ ਸਾਈਜ਼ ਐਂਡ ਸ਼ੇਪ ਤਾਂ ਤੁਹਾਨੂੰ ਇਹ ਅੰਡਰਸਟੈਂਡ ਹੋ ਹੀ ਗਿਆ ਹੋਏਗਾ ਕਿ ਜਿੰਨਾ ਜ਼ਿਆਦਾ ਲਾਰਜਰ ਸਾਈਜ਼ ਹੋਏਗਾ ਕਿਸੇ ਮਟੀਰੀਅਲ ਦਾ ਓਨਾ ਹੀ ਜ਼ਿਆਦਾ ਉਸ ਨੂੰ ਠੰਡਾ ਕਰਨਾ ਔਖਾ ਹੋਏਗਾ, ਕੁਐਂਚਿੰਗ ਕਰਨਾ ਔਖਾ ਹੋਏਗਾ, ਜਿਸ ਦੇ ਕਾਰਨ ਕੀ ਆ ਉਸਦੀ ਹਾਰਡਨੇਬਿਲਟੀ
ਇਹ ਘੱਟ ਰਹੇਗੀ ਐਜ਼ ਕੰਪੇਅਰ ਟੂ ਸਮੋਲਰ ਸਾਈਜ਼ ਸਪੈਸੀਮਨ। ਦੀ ਕੰਪੋਜੀਸ਼ਨ ਆਫ ਏ ਸਟੀਲ। ਹੁਣ ਸਟੀਲ ਦੀ ਕੰਪੋਜੀਸ਼ਨ ਉੱਤੇ ਵੀ ਡਿਪੈਂਡ ਕਰਦਾ ਕਿ ਹਾਰਡਨੇਬਿਲਿਟੀ ਕਿੰਨੀ ਕੁ ਜ਼ਿਆਦਾ ਹੈ। It's important to remember that different alloys of steel contain different elemental composition. The ratio of these elements relative to the amount of iron within the steel yield a wide variety of mechanical properties. Increasing the carbon content makes steel harder and stronger, but less ductile. The predominant alloy elements of steel and chromium, which give the metal its strong resistance of corrosion. Hardenability also increases with increasing austenite grain size. ਸੋ ਸਟੀਲ ਕੰਪੋਜੀਸ਼ਨ, ਜਿਹੜੀ ਸਟੀਲ ਦੀ ਕੰਪੋਜੀਸ਼ਨ ਆ ਉਹੀ ਡਿਸਕਰਾਈਬ ਕਰ ਦਿੰਦੀ, ਡਿਫਾਈਨ ਕਰ ਦਿੰਦੀ ਹੈ ਕਿ ਸਟੀਲ ਦੇ ਅੰਦਰ ਕਿੰਨੀ ਕੁ ਹਾਰਡਨੈਸ ਆ, ਕਿੰਨੀ ਕੁ ਮਜ਼ਬੂਤ ਆ ਅੰਦਰੋਂ। ਠੀਕ ਹੈ। ਸੋ ਇਸ ਦੇ ਵਿੱਚ ਇਹ ਹੁੰਦਾ ਹੈ ਕਿ ਜੋ ਇਸ ਦੇ ਵਿੱਚ ਕਾਰਬਨ ਦੀ ਮਾਤਰਾ ਦੇਖੀ ਜਾਂਦੀ ਹੈ ਕਿ ਜਿੰਨੀ ਜ਼ਿਆਦਾ ਕਾਰਬਨ ਪਰਸੈਂਟੇਜ ਹੋਵੇਗੀ ਇਸ ਸਟੀਲ ਦੇ ਵਿੱਚ, ਉਨੀ ਹੀ ਜਿਹੜੀ ਆ ਸਟੀਲ ਆ ਉਨੀ ਹਾਰਡ ਹੋਏਗੀ। ਜਿੰਨੀ ਘੱਟ ਕਾਰਬਨ ਪਰਸੈਂਟੇਜ ਹੋਏ ਕਿਸੇ ਸਟੀਲ ਦੇ ਵਿੱਚ, ਉਨੀ ਹੀ ਉਸ ਦੀ ਹਾਰਡਨੈਸ ਘੱਟ ਹੋਏਗੀ। ਸੋ ਇਨਕਰੀਜ਼ ਇਨ ਕਾਰਬਨ ਕੰਟੈਂਟ ਮੇਕ ਸਟੀਲ ਹਾਰਡਰ। ਸੋ ਜਿੰਨਾ ਜ਼ਿਆਦਾ ਕਾਰਬਨ ਦੇ ਕੰਟੈਂਟ ਨੂੰ ਆਪਾਂ ਇੰਕਰੀਜ਼ ਕਰਾਂਗੇ ਕਿਸੇ ਸਟੀਲ ਦੇ ਵਿੱਚ, ਤਾਂ ਉਨੀ ਹੀ ਉਸ ਦੀ ਹਾਰਡਨੈਸ ਇੰਕਰੀਜ਼ ਹੋਏਗੀ, ਮਗਰ ਉਸ ਦੀ ਜੋ ਡਕਟੀਲਿਟੀ ਆ ਉਹ ਡਿਕਰੀਜ਼ ਹੋ ਜਾਏਗੀ। ਸੋ ਇਸ ਦੇ ਵਿੱਚ ਇੱਕ ਮੇਨ ਕੰਪੋਨੈਂਟ ਮਿਕਸ ਕੀਤਾ ਜਾਂਦਾ ਐਲੀਮੈਂਟ, ਜੋ ਕਿ ਕ੍ਰੋਮੀਅਮ ਹੁੰਦਾ ਆ, ਜੋ ਕਿ ਕਰੋਜ਼ਨ ਰੈਜ਼ਿਸਟੈਂਸ ਹੁੰਦਾ ਹੈ, ਕਰੋਜ਼ਨ ਜੰਗਾਲ ਲੱਗਣ ਤੋਂ ਸਟੀਲ ਨੂੰ ਬਚਾਉਂਦਾ ਹੈ, ਉਸ ਦੇ ਵਿੱਚ ਉਹ ਮਿਕਸ ਕੀਤਾ ਜਾਂਦਾ ਹੈ। ਸੋ ਸਟੀਲ ਦਾ ਜੋ ਇੰਟਰਨਲ ਸਟਰਕਚਰ ਹੈ, ਇਹਨਾਂ ਨੇ ਕਿਹਾ ਹੈ ਕਿ ਹਾਰਡਨੇਬਿਲਿਟੀ ਆਲਸੋ ਇੰਕਰੀਜ਼ ਵਿਦ ਇੰਕਰੀਜ਼ਿੰਗ ਆਸਟੇਨਾਈਟਿਕ ਗ੍ਰੇਨ ਸਾਈਜ਼। ਸੋ ਜਿੱਦਾਂ ਇਹਦਾ ਆਸਟੇਨਾਈਟਿਕ ਗ੍ਰੇਨ ਸਾਈਜ਼ ਵੱਧਦਾ ਜਾਂਦਾ ਆ, ਉੱਦਾਂ ਹੀ ਸਟੀਲ ਦਾ ਜੋ ਹਾਰਡਨੇਬਿਲਿਟੀ ਹੈ, ਹਾਰਡਨਿੰਗ ਆ, ਉਹ ਇੰਕਰੀਜ਼ ਹੁੰਦੀ ਜਾਂਦੀ ਆ। ਸੋ ਉਹਦਾ ਹੋ ਗਿਆ ਕੰਪੋਜੀਸ਼ਨ ਆਫ ਸਟੀਲ। ਸੋ ਇਸ ਦੇ ਵਿੱਚ ਆ ਗਿਆ ਮੈਥਡ ਆਫ ਕੁਐਂਚਿੰਗ ਮੈਥਡ ਬੜਾ ਈਜ਼ੀ ਹੈ ਹਾਰਡਨੇਬਿਲਿਟੀ ਦਾ। ਸੋ ਇਹ ਆਪਾਂ ਨੂੰ ਇਹ ਦੱਸਦਾ ਹੈ ਕਿ ਜਿੰਨਾ ਜ਼ਿਆਦਾ ਕੂਲਿੰਗ ਰੇਟ ਫਾਸਟਰ ਹੋਏਗਾ ਕਿਸੇ ਵੀ ਸਟੀਲ ਦਾ, ਓਨਾ ਹੀ ਜ਼ਿਆਦਾ ਸਟੀਲ ਹਾਰਡਰ ਹੋਏਗੀ। The type of quench affect the cooling rate. Using oil, water, aqueous polymer quenchants or air will be yield a different hardness through the interior of the workpiece. This also shifts the hardenability curves. Water produces the most soft quench, followed by oiling and then air. Aqueous polymer quenching provide quenching rate between those of water and oil can be tailored to specific application by changing the polymer concentration and temperature. ਇਸ ਦੇ ਵਿੱਚ 3-4 ਤਰ੍ਹਾਂ ਦੇ ਕੂਲਿੰਗ ਪ੍ਰੋਸੈਸ ਹੁੰਦੇ ਆ। ਇੱਕ ਹੁੰਦੇ ਆ ਆਇਲ ਦੇ ਵਿੱਚ ਡਿਪ ਕੀਤਾ ਜਾਂਦਾ ਮੈਟਲ ਨੂੰ, ਦੂਜਾ ਵਾਟਰ ਦੇ ਅੰਦਰ, ਤੀਜਾ ਹੁੰਦਾ ਐਕੁਅਸ ਪੋਲੀਮਰ ਕੁਐਂਚਨ ਹੁੰਦਾ, ਫੋਰਥ ਹੁੰਦਾ ਹੈ ਕਿ ਇਨ ਏਅਰ, ਓਪਨ ਏਅਰ ਦੇ ਵਿੱਚ। ਠੀਕ ਹੈ, ਉਸ ਨੂੰ ਕੂਲਿੰਗ ਕੀਤਾ ਜਾਂਦਾ ਹੈ। ਸੋ ਤਿੰਨੇ ਹੀ ਜਿਹੜੇ ਚਾਰ ਇਹ ਪ੍ਰੋਸੈਸ ਆ, ਇਹ ਡਿਫਰੈਂਟ ਆ। ਇਹ ਡਿਫਾਈਨ ਕਰਦੇ ਆ ਕਿ ਜੋ ਹੀਟ ਟਰੀਟਮੈਂਟ ਦਿੱਤਾ ਜਾਂਦਾ ਆ, ਤਾਂ ਕੂਲਿੰਗ ਕਿੰਨੇ ਟੈਂਪਰੇਚਰ ਦੇ ਆਪਾਂ ਸਟੀਲ ਨੂੰ ਹੀਟ ਕੀਤਾ, ਠੀਕ ਹੈ, ਕਿੰਨਾ ਹੋਲਡ 'ਤੇ ਰੱਖਿਆ ਕਿਸੇ ਸਟੀਲ ਨੂੰ ਟੈਂਪਰੇਚਰ ਫਰਨੈਸ ਦੇ ਵਿੱਚ, ਐਂਡ ਦੈਨ ਕਿੰਨੀ ਫਾਸਟ ਆਪਾਂ ਉਸ ਨੂੰ ਕੂਲਿੰਗ ਇੱਦਾਂ। ਸੋ ਜਿੰਨੀ ਫਾਸਟ ਆਪਾਂ ਕੂਲਿੰਗ ਕਰਦੇ ਹਾਂ ਹੀਟ ਕਰਨ ਤੋਂ ਬਾਅਦ ਕਿਸੇ ਵੀ ਸਟੀਲ ਨੂੰ ਠੰਡਾ ਕਰਦੇ ਹਾਂ, ਜਿੰਨੀ ਫਾਸਟ ਠੰਡਾ ਕਰਦੇ ਹਾਂ, ਉਨਾ ਹੀ ਮਟੀਰੀਅਲ ਹਾਰਡ ਹੁੰਦਾ ਹੈ। ਸੋ ਆਇਲ ਦਾ ਜੋ ਕੂਲਿੰਗ ਰੇਟ ਹੈ ਉਹ ਵਾਟਰ ਨਾਲੋਂ ਘੱਟ ਹੁੰਦਾ। ਵਾਟਰ ਦਾ ਸਭ ਤੋਂ ਜ਼ਿਆਦਾ ਕੂਲਿੰਗ ਰੇਟ ਹੁੰਦਾ ਹੈ ਕਿ ਵਾਟਰ ਵਿੱਚ ਜੋ ਮਟੀਰੀਅਲ ਨੂੰ ਕੁਐਂਚ ਕੀਤਾ ਜਾਂਦਾ ਆ, ਉਹ ਉਸ ਦੀ ਕੂਲਿੰਗ ਰੇਟ ਫਾਸਟਰ ਹੁੰਦਾ, ਜਿਸ ਦੇ ਕਾਰਨ ਇਸ ਦੇ ਵਿੱਚ ਜੋ ਹਾਰਡਨੈਸ ਆ ਉਹ ਜ਼ਿਆਦਾ ਹੁੰਦੀ ਆ। ਆਇਲ ਦੇ ਵਿੱਚ ਉਸ ਤੋਂ ਥੱਲੇ ਹੈ ਆਇਲ ਦੇ ਵਿੱਚ ਤੋਂ ਕੂਲਿੰਗ ਰੇਟ ਥੋੜ੍ਹਾ ਸਲੋਅਰ ਹੁੰਦਾ, ਮਗਰ ਇਸ ਦੇ ਵਿੱਚ ਇਹ ਇੱਕ ਫਾਇਦਾ ਇਹ ਹੁੰਦਾ ਹੈ ਕਿ ਇਸ ਦੇ ਵਿੱਚ ਆਪਾਂ ਨੂੰ ਇਸ ਦੀ ਐਡਵਾਂਟੇਜ ਆਇਲ ਦੀ ਇਹ ਹੈ ਕਿ ਇਸ ਦੇ ਵਿੱਚ ਜਦੋਂ ਆਪਾਂ ਠੰਡਾ ਕਰਦੇ ਹਾਂ ਕਿਸੇ ਸਟੀਲ ਨੂੰ, ਸਟੀਲ ਦੇ ਵਿੱਚ ਉਹ ਕਰੈਕਸ ਨਹੀਂ ਪ੍ਰੋਡਿਊਸ ਹੁੰਦੇ। ਵਾਟਰ ਦੇ ਵਿੱਚ ਜਦੋਂ ਆਪਾਂ ਕੁਐਂਚ ਕਰਦੇ ਹਾਂ, ਉਸ ਦੇ ਵਿੱਚ ਕਰੈਕਸ ਪ੍ਰੋਡਿਊਸ ਹੋ ਜਾਂਦੇ ਆ। ਸੋ ਇਹ ਤਾਂ ਹੋ ਗਿਆ ਆਪਣਾ ਕੁਐਂਚਿੰਗ ਪ੍ਰੋਸੈਸ। ਸੋ ਜੋ ਹਾਰਡਨੇਬਿਲਿਟੀ ਆਫ ਸਟੀਲ ਆ, ਇੱਕ ਤਾਂ ਸਾਈਜ਼ ਉੱਤੇ ਡਿਪੈਂਡ ਕਰਦੀ ਆ, ਮਟੀਰੀਅਲ ਦੇ ਸਾਈਜ਼ ਐਂਡ ਸ਼ੇਪ ਉੱਪਰ, ਅਤੇ ਦੂਜੀ ਸੈਕਿੰਡ ਕਰਦੀ ਆ ਕਿ ਉਸਦੀ ਕੰਪੋਜੀਸ਼ਨ, ਉਸ ਦੇ ਵਿੱਚ ਸਟੀਲ ਦੇ ਵਿੱਚ ਕੰਪੋਜੀਸ਼ਨ ਕਿਸ ਚੀਜ਼ ਦੀ ਆ, ਕਿਹੜੇ ਅਲੋਇਜ਼ ਵਿੱਚ ਯੂਜ਼ ਕੀਤੇ ਆ। ਕ੍ਰੋਮੀਅਮ ਹੋ ਗਿਆ, ਨਿਕਲ ਹੋ ਗਿਆ, ਠੀਕ ਹੈ। ਇਸ ਦੇ ਵਿੱਚ ਕਾਰਬਨ ਪਰਸੈਂਟੇਜ ਕਿੰਨੀ ਆ,
ਥਰਡ ਹੈਗਾ ਕੁਐਂਚਿੰਗ ਪ੍ਰੋਸੈਸ, ਕਿ ਜਿੰਨਾ ਫਾਸਟ ਕੁਐਂਚਿੰਗ ਹੋਏਗਾ ਉਨਾ ਹੀ ਸਟੀਲ ਹਾਰਡਰ ਹੋ। ਥੈਂਕਸ।